ਅੱਜ ਦੇ ਸਪਿਰਿਚੁਅਲ ਸੈਗਮੈਂਟ ਵਿੱਚ ਕਰਦਾ ਜੀ ਆਪ ਸਭ ਦਾ ਹਾਰਦਿਕ ਸਵਾਗਤ। ਪਿਛਲੇ ਹਫਤੇ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਚੰਡੀਗੜ੍ਹ ਵਾਲਿਆਂ ਨੇ ਸਾਡੇ ਨਾਲ ਇੱਕ ਸਾਖੀ ਜੋ ਹੈ ਉਸ ਦੇ ਉੱਤੇ ਗੱਲਬਾਤ ਕੀਤੀ ਸੀ। ਸਾਨੂੰ ਦੱਸਿਆ ਸੀ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਸਾਨੂੰ ਇਹ ਕਿਹਾ ਗਿਆ ਹੈ ਕਿ ਅਸੀਂ ਸਿਰਫ ਅਕਾਲ ਦੇ ਪੁਜਾਰੀ ਹੋਣਾ ਹੈ, ਕਿਸੇ ਮੂਰਤੀ ਦੇ ਕਿਸੇ ਪੱਥਰ ਦੇ ਨਹੀਂ ਹੋਣਾ। ਭਗਤ ਧੰਨਾ ਜੀ ਦਾ ਨਾਂ ਲੈ ਕੇ ਅੱਜ ਕਈ ਸਾਖੀਆਂ ਚੱਲੀਆਂ ਜਾਂਦੀਆਂ ਨੇ ਜਿਹਦੇ ਵਿੱਚ ਕਿ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਵੀ ਤਾਂ ਰੱਬ ਨੂੰ ਪ੍ਰਾਪਤ ਕਰ ਲਿਆ ਸੀ ਪੱਥਰ ਵਿੱਚੋਂ। ਪਰ ਪਿਛਲੀ ਵਾਰ ਭਾਈ ਸਾਹਿਬ ਨੇ ਬੜਾ ਵਿਸਥਾਰ ਵਿੱਚ ਸਾਨੂੰ ਦੱਸਿਆ ਸੀ ਕਿ ਗੁਰੂ ਸਾਹਿਬ ਕਹਿ ਰਹੇ ਨੇ ਉਹਨਾਂ ਦੇ ਜਿਹੜੇ 3 ਸ਼ਬਦ ਅੰਕਿਤ ਕੀਤੇ ਗਏ ਗੁਰੂ ਗ੍ਰੰਥ ਸਾਹਿਬ ਵਿੱਚ, ਉਸ ਨੂੰ ਪੜ੍ਹੀਏ, ਉਸ ਵਿੱਚ ਕੀ ਲਿਖਿਆ ਗਿਆ ਹੈ। ਅਤੇ ਇਹੀ ਸਿਰਫ ਭਾਈ ਗੁਰਦਾਸ ਜੀ ਦੀ ਲਿਖਤ ਨੂੰ ਲੈ ਕੇ ਅਸੀਂ ਇਹ ਨਾ ਸਮਝ ਜਾਈਏ ਕਿ ਪੱਥਰ ਵਿੱਚੋਂ ਰੱਬ ਦੀ ਪ੍ਰਾਪਤੀ ਹੋ ਸਕਦੀ ਹੈ। ਨਾਲ ਹੀ ਪਿਛਲੇ ਹਫ਼ਤੇ ਗੱਲਬਾਤ ਹੋਈ ਸੀ ਕਿ ਅੱਜ ਬਹੁਤ ਸਾਰੇ ਅਸੀਂ ਚੈਲੰਜਸ ਫੇਸ ਕਰ ਰਹੇ ਹਾਂ, ਜਿਸ ਵਿੱਚ ਕਿ ਜਦੋਂ ਪ੍ਰਚਾਰਕ ਸਾਡੇ ਕੋਲ ਆਉਂਦੇ ਨੇ ਕੁਝ ਦੱਸ ਕੇ ਜਾਂਦੇ ਨੇ, ਅਸੀਂ ਉਹਨਾਂ ਦੇ ਵਿੱਚ ਕਨਫਿਊਜ਼ਨ ਜੋ ਹੈ ਉਹ ਵੱਧਦੀ ਜਾਂਦੀ ਹੈ ਅਤੇ ਸਾਨੂੰ ਪਤਾ ਨਹੀਂ ਲੱਗਦਾ। ਇਸੇ ਸੰਬੰਧ ਵਿੱਚ ਆਓ ਜਿਹੜੇ ਉਹ ਚੈਲੰਜਸ ਨੇ ਅੱਜ ਅਸੀਂ ਫੇਸ ਕਰ ਰਹੇ ਹਾਂ, ਅਤੇ ਖਾਸ ਤੌਰ ਉੱਤੇ ਜਿਸ ਤਰ੍ਹਾਂ ਭਾਈ ਸਾਹਿਬ ਪੂਰੀ ਦੁਨੀਆ ਭਰ ਵਿੱਚ ਜਾ ਕੇ ਪ੍ਰਚਾਰ ਕਰਦੇ ਨੇ, ਸਿੱਖਾਂ ਨਾਲ ਜਿੱਥੇ ਵੀ ਜਾਂਦੇ ਨੇ ਸ਼ਾਇਦ ਇਹੀ ਸਵਾਲ ਉੱਠਦੇ ਹੋਣਗੇ ਕਿ ਅਸੀਂ ਕਿਸ ਪਾਸੇ ਨੂੰ ਜਾ ਰਹੇ ਹਾਂ, ਕਿੰਨਾ ਕੁ ਇਹ ਚਿੰਤਾ ਦਾ ਵਿਸ਼ਾ ਹੈ ਅਤੇ ਕੀ ਕਰਨ ਦੀ ਜ਼ਰੂਰਤ ਹੈ। ਇਸ ਸੰਬੰਧ ਵਿੱਚ ਗੱਲਬਾਤ ਕਰਾਂਗੇ ਭਾਈ ਸਾਹਿਬ ਭਾਈ ਰਣਜੀਤ ਸਿੰਘ ਚੰਡੀਗੜ੍ਹ ਵਾਲਿਆਂ ਨਾਲ। ਜੀ ਆਨੰਦ ਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਚੈਲੰਜਿਸ ਦੀ ਜਦੋਂ ਗੱਲ ਕਰਦੇ ਹਾਂ ਜੀ, ਹਰ ਇੱਕ ਸਿੱਖ ਚਿੰਤਤ ਹੈ, ਉਹ ਕਿਸੇ ਵੀ ਧੜੇ ਨਾਲ ਜੁੜਿਆ ਹੋਵੇ, ਕਿਸੇ ਵੀ ਗਰੁੱਪ ਦਾ ਹੋਵੇ, ਪਰ ਜਦੋਂ ਵੀ ਕਿੱਥੇ ਬੈਠਦੇ ਹਾਂ ਤਾਂ ਗੱਲਾਂ ਇਹੀ ਚੱਲਦੀਆਂ ਨੇ ਕਿ ਸਿੱਖੀ ਦਾ ਕੀ ਹੋਏਗਾ। ਅੱਜ ਸਾਡੇ ਨੌਜਵਾਨ ਜਿਹੜੇ ਨੇ ਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਨੇ। ਤੁਸੀਂ ਵੀ ਗੁਰਦੁਆਰਿਆਂ ਵਿੱਚ ਜਾ ਕੇ ਜਿੱਥੇ ਪ੍ਰਚਾਰ ਕਰਦੇ ਹੋ, ਹਿੰਦੁਸਤਾਨ ਹੋਵੇ ਜਾਂ ਅਬਰੋਡ ਹੋਵੇ, ਸ਼ਾਇਦ ਇਹੋ ਜਿਹੇ ਸਵਾਲ ਤੁਹਾਡੇ ਤੱਕ ਵੀ ਆਉਂਦੇ ਹੋਣਗੇ। ਸੋ ਤੁਸੀਂ ਐਜ਼ ਅ ਪ੍ਰਚਾਰਕ ਕੀ ਮਹਿਸੂਸ ਕਰ ਰਹੇ ਹੋ ਕਿ ਕਿਹੜੇ ਉਹ ਮੇਜਰ ਚੈਲੰਜਸ ਨੇ ਜਿਨ੍ਹਾਂ ਦੇ ਉੱਤੇ ਸਾਨੂੰ ਅੱਜ ਸੁਹਿਰਤਾ ਦੀ ਲੋੜ ਹੈਗੀ, ਅਸੀਂ ਸਮਝ ਸਕੀਏ ਅਤੇ ਆਉਣ ਵਾਲੇ ਸਮੇਂ 'ਚ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਾਰਾ ਲੈ ਕੇ ਟਾਕਰਾ ਕਰ ਸਕੀਏ। ਇਹਦੇ ਵਿੱਚ ਕੋਈ ਸ਼ੱਕ ਨਹੀਂ ਜੀ ਵੀ ਬੜੀਆਂ ਮੁਸ਼ਕਲਾਂ, ਬੜੀਆਂ ਪ੍ਰੋਬਲਮਸ ਆਉਂਦੀਆਂ ਨੇ। ਅੱਜ ਦੀ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਹੈ ਉਹ ਸੱਚ ਦੇ ਨਾਲੋਂ ਟੁੱਟਦੀ ਜਾ ਰਹੀ ਹੈ ਜੀ। ਇਹ 'ਚ ਕੋਈ ਦੋ ਰਾਵਾਂ ਨਹੀਂ। ਅਸੀਂ ਪ੍ਰਚਾਰਕ ਲੋਕ ਵੀ ਮਹਿਸੂਸ ਕਰਦੇ ਹਾਂ, ਪ੍ਰਬੰਧਕ ਵੀ ਮਹਿਸੂਸ ਕਰਦੇ ਨੇ, ਔਰ ਆਮ ਦਰਦਮੰਦੀ ਇਨਸਾਨ ਜਿਹੜਾ ਉਹ ਵੀ ਮਹਿਸੂਸ ਕਰਦਾ ਹੈ ਜੀ। ਪਰ ਹੈਰਾਨੀ ਦੀ ਗੱਲ ਇਹ ਹੈ ਵੀ ਇਸ ਚੀਜ਼ ਨੂੰ ਸਮਰਪਿਤ ਕੋਈ ਵੀ ਨਹੀਂ ਹੈ। ਮਹਿਸੂਸ ਜ਼ਰੂਰ ਕਰ ਰਹੇ ਵੀ ਹਾਂ ਇਹ ਹੋ ਰਿਹਾ ਹੈ, ਰਾਈਟ, ਪਰ ਇਹਨੂੰ ਚੀਜ਼ ਨੂੰ ਦੂਰ ਕਿਵੇਂ ਕਰਨਾ ਹੈ, ਉਹਦੇ ਲਈ ਇਹਨਾਂ ਤਿੰਨਾਂ ਵਿੱਚੋਂ ਅੱਗੇ ਆਉਣ ਲਈ ਕੋਈ ਵੀ ਤਿਆਰ ਨਹੀਂ। ਮੈਂ ਪੇਸ਼ੇ ਵਜੋਂ ਪ੍ਰਚਾਰਕ ਹਾਂ ਅਤੇ ਕਈ ਵਾਰੀ ਪ੍ਰਚਾਰਕ ਵੀ ਇਗਨੋਰ ਕਰ ਜਾਂਦੇ ਨੇ, ਚਲੋ ਆਪਾਂ ਕੀ ਲੈਣਾ ਹੈ। ਰਾਈਟ, ਬਹੁਤ ਘੱਟ ਪ੍ਰਚਾਰਕ ਆਪ ਜੀ ਨੂੰ ਮਿਲਣਗੇ ਜਿਹੜੇ ਕਹਿਣਗੇ ਨਹੀਂ ਕੌਮ ਦਾ ਬਹੁਤ ਵੱਡਾ ਦੁਖਾਂਤ ਹੈ। ਅੱਜ ਸਾਡੇ ਬੱਚੇ ਜਿਹੜੇ ਨੇ ਗਲਤ ਪਾਸੇ ਕਿਉਂ ਜਾ ਰਹੇ ਨੇ। ਬੱਚਿਆਂ ਨੂੰ ਬੁਲਾਉਣਾ, ਇਕੱਠਿਆਂ ਕਰਨਾ, ਉਹਨਾਂ ਨੂੰ ਸੱਚ ਤੋਂ ਜਾਣੂ ਕਰਾਉਣਾ। ਸਾਡੇ ਨੌਜਵਾਨ ਬੱਚਿਆਂ ਦੇ ਅੱਜ ਬ੍ਰੇਨ ਵਾਸ਼ ਕੀਤੇ ਜਾ ਰਹੇ ਨੇ, ਵਹਿਮਾਂ ਭਰਮਾਂ 'ਚ ਪਾ ਕੇ, ਕਰਮ ਕਾਂਡਾਂ 'ਚ ਪਾ ਕੇ ਦੂਜੇ ਪਾਸੇ ਲਿਜਾਇਆ ਜਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲੋਂ ਤੋੜ ਕੇ ਦੂਜੇ ਪਾਸੇ ਨੂੰ ਰੱਖਿਆ ਜਾ ਰਿਹਾ। ਜਦੋਂ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਰਲਡ ਦੇ ਵਿੱਚ ਇੱਕੋ ਇੱਕ ਐਸਾ ਧਾਰਮਿਕ ਗ੍ਰੰਥ ਹੈ ਜਿਹੜਾ ਸਮੁੱਚੀ ਮਾਨਵ ਜਾਤੀ ਦੇ ਲਈ ਵੇ ਆਫ ਲਾਈਫ ਹੈ। ਠੀਕ ਹੈ, ਜੀਵਨ ਜਾਚ। ਅੱਜ ਇਸ ਵਿੱਚੋਂ ਜੀਵਨ ਜਾਚ ਲੱਭਣ ਦੀ ਬਜਾਏ ਬੰਦਾ ਬੰਦਿਆਂ ਕੋਲੋਂ ਜਾ ਕੇ ਜੀਵਨ ਜੀਉਣਾ ਸਿੱਖਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਮੈਨੂੰ ਦੱਸੋ ਜੀ ਕਿਵੇਂ ਜੀਵਨ ਜੀਵਿਆ ਜਾਏ। ਹੁਣ ਜਿਸ ਬੰਦੇ ਨੂੰ ਆਪਣਾ ਜੀਵਨ ਜੀਉਣਾ ਨਹੀਂ ਆ ਰਿਹਾ, ਉਹ ਕਿਸੇ ਨੂੰ ਜੀਵਨ ਜੀਉਣ ਦੀ ਜਾਚ ਕੀ ਦੱਸੇਗਾ। ਤੇ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਜੁੜਾਂਗੇ, ਸਤਿਗੁਰੂ ਸਾਨੂੰ ਜੀਵਨ ਜੀਉਣਾ ਦੱਸਦੇ ਨੇ, ਭਾਈ ਜੀਵਨ ਕਿਹੋ ਜਿਹਾ ਜੀਵਿਆ ਜਾਏ ਕਿ ਤੁਹਾਡੇ ਜੀਵਨ 'ਚ ਆਨੰਦ ਹੀ ਆਨੰਦ ਹੋਵੇ। ਪਾਵਨ ਬਾਣੀ ਦੇ ਵਿੱਚ ਇੱਕ ਬੜੀ ਪਿਆਰੀ ਪੰਕਤੀ ਹੈ ਸਤਿਗੁਰ ਦੀ। ਬਾਣੀ ਦੀ ਪੰਕਤੀਆਂ ਸਾਰੀਆਂ ਪਿਆਰੀਆਂ ਨੇ, ਪਰ ਕੁਝ ਐਸੀਆਂ ਹੁੰਦੀਆਂ ਜਿਹੜੀਆਂ ਸਾਡੇ ਮਨ ਨੂੰ ਟੱਚ ਕਰਦੀਆਂ ਨੇ ਜੀ। ਗੁਰੂ ਸਾਹਿਬ ਕਹਿੰਦੇ ਨੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇ ਜੀਵਨ ਦੇ ਵਿੱਚ ਸੁਖੀ ਰਹਿਣਾ ਚਾਹੁੰਦੇ ਹੋ, ਇੱਕ ਗੱਲ ਪੱਲੇ ਬੰਨ ਲਓ ਕਿ ਪਰ ਕਾ ਬੁਰਾ ਨਾ ਰੱਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਠੀਕ, ਕਦੇ ਜ਼ਿੰਦਗੀ ਸਤਿਗੁਰੂ ਕੇ ਦੁੱਖ ਆਏ ਫਿਰ ਮੇਰੇ ਕੋਲ ਆ ਜਿਓ, ਦੂਜੇ ਦੇ ਬੁਰੇ ਦਾ ਖਿਆਲ ਆਪਣੇ ਅੰਦਰੋਂ ਕੱਢ ਦਿਓ। ਬਿਮਾਰੀ ਸਾਡੇ ਅੰਦਰ ਹੈ, ਠੀਕ, ਤੇ ਅਸੀਂ ਇਲਾਜ ਕਰ ਰਹੇ ਬਾਹਰੋਂ ਜੀ, ਅੰਦਰ ਦੀ ਅਸੀਂ ਸੋਚ ਵਿਚਾਰ ਕੀਤੀ ਨਹੀਂ। ਫਿਰ ਬੇਨਤੀ ਇਹ ਹੈ ਕਿ ਜਿਹੜੇ ਆਗੂ ਨੇ, ਆਗੂ ਦਾ ਫਰਜ਼ ਹੁੰਦਾ ਹੈ ਕਿ ਆਪਣੇ ਨਾਲ ਚੱਲ ਰਿਹਾ ਕਾਫਲੇ ਨੂੰ ਸਹੀ ਦਿਸ਼ਾ ਨਿਰਦੇਸ਼ ਦੇਵੇ ਜੀ, ਕਿ ਗਲਤ ਪਾਸੇ ਨਾ ਲੈ ਕੇ ਜਾਏ। ਕੁਦਰਤ ਦੇ ਅੰਦਰ ਕੋਈ ਵੀ ਆਪਾਂ, ਹਾਲਾਂਕਿ ਬੰਦੇ ਨਾਲੋਂ ਜਾਨਵਰ ਜ਼ਿਆਦਾ ਸਿਆਣੇ ਨੇ। ਕਦੇ ਆਪਾਂ ਜੰਗਲੀ ਜਾਨਵਰਾਂ ਨੂੰ ਲੈ ਲਈਏ, ਹਿਰਨਾਂ ਦੀ ਡਾਰ ਜਾਂਦੀ ਹੈ ਤੇ ਅੱਗੇ ਇੱਕ ਅਗਵਾਈ ਕਰ ਰਿਹਾ ਹਿਰਨ, ਉਹਦੇ ਪਿੱਛੇ ਸਾਰਾ ਚੱਲ ਰਿਹਾ ਹੈ, ਪਰ ਅਗਲਾ ਹਿਰਨ ਜਿਹੜਾ ਬੜੀ ਸੋਚ ਵਿਚਾਰ ਕੇ ਕਦਮ ਰੱਖ ਰਿਹਾ ਵੀ ਮੇਰੇ ਪਿੱਛੇ ਆਉਣ ਵਾਲੇ ਸਾਰੇ ਗਲਤ ਨਾ ਰਾਹ ਚੱਲ ਜਾਣ ਜਾਂ ਸਾਡਾ ਨੁਕਸਾਨ ਨਾ ਹੋ ਜਾਏ। ਉਹਨੂੰ ਬੜਾ ਧਿਆਨ ਨਾਲ ਸੋਚ ਵਿਚਾਰ ਕੇ ਕਦਮ ਰੱਖਣਾ ਪੈਂਦਾ ਹੈ। ਅਸਮਾਨ ਦੇ ਵਿੱਚ ਪੰਛੀ ਉੱਡਦੇ ਨੇ, ਕਦੇ ਆਪਾਂ ਦੇਖੇ ਪੰਛੀ ਦੇ ਡਾਰਾਂ ਚੱਲਦੀਆਂ ਨੇ, ਉਹਨਾਂ ਦੇ ਅੱਗੇ ਇੱਕ ਦੋ ਅਗਵਾਈ ਕਰ ਰਹੇ ਨੇ, ਬਾਕੀ ਸਾਰੀ ਡਾਰ ਪਿੱਛੇ ਚੱਲ ਰਹੀ ਹੈ। ਠੀਕ,
ਆਗੂ ਨੂੰ ਬੜਾ ਸੋਚ ਸਮਝ ਕੇ ਕਦਮ ਰੱਖਣਾ ਪੈਂਦਾ ਹੈ। ਹੁਣ ਸਾਡੇ ਲਈ ਮੁਸ਼ਕਲ ਇਹ ਬਣ ਗਈ ਹੈ ਵੀ ਆਗੂ ਵੀ ਸਾਡੇ ਕੁਰਾਏ ਪਏ ਹੋਏ ਨੇ ਤੇ ਪਿੱਛੇ ਜਿਹੜਾ ਕਾਫਲਾ ਹੈ ਉਹਨੇ ਆਪੇ ਕੁਰਾਏ ਪੈਣਾ ਹੈ ਜੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਇੱਕ ਬੜਾ ਸੁੰਦਰ ਬਚਨ ਹੈ, ਮੇਰੇ ਸਤਿਗੁਰੂ ਕਹਿੰਦੇ ਨੇ ਵੀ ਗੁਰੂ ਜਿਨ੍ਹਾਂ ਕਾ ਅੰਧੁਲਾ ਸਿੱਖ ਵੀ ਅੰਧੇ ਕਰਮ ਕਰੇਨ, ਠੀਕ, ਓਏ ਭਾਣੇ ਚੱਲਣ ਆਪਣੇ ਨੇ ਝੂਠੋ ਝੂਠ ਬੋਲੇਨ। ਹੁਣ ਜਿਨ੍ਹਾਂ ਦਾ ਗੁਰੂ ਅੰਨਾ ਹੈ, ਅੰਨੇ ਦੇ ਪਿੱਛੇ ਚੱਲ ਰਹੇ ਨੇ ਤੇ ਅੰਨਾ ਜਿਹੜਾ ਹੈ ਉਹ ਸਹੀ ਦਿਸ਼ਾ ਨਿਰਦੇਸ਼ ਤੇ ਦੇਗਾ ਨਹੀਂ ਜੀ। ਉਹ ਜਿਵੇਂ ਆਪ ਠੋਕਰਾਂ ਖਾ ਰਿਹਾ ਹੈ, ਪਿੱਛੇ ਕਾਫਲਾ ਵੀ ਉਸੇ ਤਰ੍ਹਾਂ ਹੀ ਠੋਕਰਾਂ ਖਾਏਗਾ। ਠੀਕ। ਸਾਨੂੰ ਗੁਰੂ ਸਾਹਿਬ ਨੇ ਸ਼ਬਦ ਗੁਰੂ ਦੇ ਲੜ ਲਾਇਆ ਸੀਗਾ ਵੀ ਜੀਵਨ ਦੇ ਵਿੱਚ ਕੋਈ ਵੀ ਕੰਮ ਕਰਨੇ ਤੇ ਗੁਰੂ ਗ੍ਰੰਥ ਸਾਹਿਬ ਤੋਂ ਪੁੱਛ ਕੇ ਕਰਨਾ ਹੈ ਜੀ। ਸਾਡਾ ਪੁਰਾਣਾ ਇਤਿਹਾਸ, ਸਿੱਖ ਇਤਿਹਾਸ ਪੜ੍ਹੀਏ, ਬੇਸ਼ੱਕ 18ਵੀਂ ਸਦੀ ਦੇ ਵਿੱਚ ਸਿੱਖ ਘਰੋਂ ਬੇਘਰ ਸਨ ਜੀ। ਬੜਾ ਹੀ ਦੁਖਦਾਈ ਇਤਿਹਾਸ ਸਾਡਾ 18ਵੀਂ ਸਦੀ ਦਾ ਹੈ। ਤੇ ਮੈਂ ਕਈ ਵਾਰੀ ਸਰਦਾਰ ਰਤਨ ਸਿੰਘ ਜੀ ਭੰਗੂ ਦੇ ਪ੍ਰਾਚੀਨ ਪੰਥ ਪ੍ਰਕਾਸ਼ ਦੇ ਵਿੱਚੋਂ ਸ਼ਬਦ ਸੰਗਤਾਂ ਨਾਲ ਸਾਂਝੇ ਕਰਿਆ ਕਰਨਾ ਜੀ। ਉਹਨਾਂ ਨੇ ਬੜੇ ਸੁੰਦਰ ਸ਼ਬਦ ਲਿਖੇ ਨੇ ਕਿ ਨਾਹੇ ਜ਼ਖੀਰੋ ਸਿੰਘਨ ਪਾਸ, ਜ਼ਖੀਰਾ ਕਹਿੰਦੇ ਨੇ ਖਜ਼ਾਨੇ ਨੂੰ, ਠੀਕ। ਸਿੰਘਾਂ ਦੇ ਕੋਲ ਕੋਈ ਬਹੁਤਾ ਧਨ ਦੌਲਤ ਖਜ਼ਾਨਾ ਨਹੀਂ ਸੀਗਾ। ਔਰ ਸ਼ਸਤਰ ਬਸਤਰ ਹੀਨ ਸੋ ਖਾਸ, ਨਾ ਤੇ ਵਿਚਾਰਿਆਂ ਕੋਲ ਚੰਗੇ ਸ਼ਸਤਰ ਸੀਗੇ, ਨਾ ਤਨ ਤੇ ਪਹਿਨਣ ਲਈ ਬਸਤਰ ਸੀਗੇ ਵਿਚਾਰਿਆਂ ਕੋਲ। ਨਾਂਗੇ ਖਰੇ ਉਹ ਭੂਖੇ ਪਿਆਸੇ ਜੀ। ਵਿਚਾਰੇ ਤਨ ਤੋਂ ਨੰਗੇ ਭੁੱਖੇ ਰਹਿਣਾ, ਕਈ ਘੰਟੇ ਖੜੇ ਰਹਿਣਾ ਪੱਥਰਾਂ ਤੇ ਕੰਡਿਆਂ ਤੇ, ਕਿੱਥੇ ਸੋਣਾ ਜੰਗਲਾਂ ਵਿੱਚ ਵਿਚਾਰਿਆਂ ਜਾ ਕੇ। ਨਾਂਗੇ ਖਰੇ ਉਹ ਭੂਖੇ ਪਿਆਸੇ, ਦਾਰੂ ਸਿੱਕਾ ਨੇ ਕਛ ਪਾਸੇ, ਕੋਈ ਉਹਨਾਂ ਕੋਲ ਇਲਾਜ ਦੇ ਲਈ ਦਵਾ ਦਾਰੂ ਵੀ ਵਿਚਾਰਿਆਂ ਕੋਲ ਨਹੀਂ ਸੀ ਹੁੰਦਾ। ਨਾ ਕਿਸੇ ਬਾਜ਼ਾਰ ਵਿੱਚ ਜਾ ਕੇ ਉਹ ਚੀਜ਼ ਖਰੀਦ ਸਕਦੇ, ਕਿਉਂਕਿ ਸਿਰਾਂ ਦੇ ਮੁੱਲ ਪੈਂਦੇ ਸੀਗੇ ਉਸ ਵੇਲੇ ਜੀ। ਵੀ ਜੇ ਸਿੱਖ ਬਾਜ਼ਾਰ ਚਲਾ ਜਾਏ, ਸਿੱਖ ਦਾ ਮੁੱਲ ਹੈ, ਤੇ ਸਿੱਖ ਨੂੰ ਇਹ ਸੀਗਾ ਵੀ ਮੇਰਾ ਜੀਵਨ ਕੌਮ ਦੇ ਲੇਖੇ ਲੱਗ ਜਾਏ, ਕੋਈ ਗੱਲ ਨਹੀਂ, ਜੇ ਮੈਂ ਦਵਾਈ ਨਹੀਂ 4 ਦਿਨ ਲਵਾਂਗਾ ਤੇ ਇਹ ਜ਼ਿੰਦਗੀ ਜਿਹੜੀ ਹੈ, ਰੋਗੀ ਜੀਵਨ ਜਿਹੜਾ ਹੈ, ਇਹੀ ਕੌਮ ਦੇ ਲੇਖੇ ਲੱਗ ਜਾਏ, ਮੈਨੂੰ ਇਹਦਾ ਫਾਇਦਾ ਹੋਏਗਾ ਜੀ। ਸਿੱਖ ਬਾਜ਼ਾਰਾਂ ਵਿੱਚ ਨਹੀਂ ਸੀ ਜਾ ਸਕਦੇ, ਹੱਟ ਪਟਣ ਬਾਜ਼ਾਰ ਸੋ ਨਾਹੀ, ਰੋਗੀ ਔਖਦ ਬਿਨ ਮਰ ਜਾਹੀ। ਪਰ ਅੱਗੇ ਜਾ ਕੇ ਸਰਦਾਰ ਰਤਨ ਸਿੰਘ ਜੀ ਭੰਗੂ ਲਿਖਦੇ ਨੇ ਕਿ ਗੁਰੂ ਬਚਨਨ ਕੀ ਉਨਕੋ ਆਸ, ਯਹੀ ਖਜ਼ਾਨੋ ਸਿੰਘਨ ਪਾਸ। ਠੀਕ। ਕਹਿੰਦੇ ਉਹਨਾਂ ਦਾ ਗੁਰਬਾਣੀ ਤੇ ਵਿਸ਼ਵਾਸ ਬਹੁਤ ਹੁੰਦਾ ਸੀਗਾ, ਰਾਈਟ। ਤੇ ਇਹੀ ਸਭ ਤੋਂ ਵੱਡਾ ਅਮੋਲਕ ਖਜ਼ਾਨਾ ਸਿੱਖ ਦੇ ਕੋਲ ਸੀਗਾ। ਤੇ ਅੱਜ ਸਿੱਖ ਦੁਨੀਆ ਨੂੰ ਤੇ ਮਾਣ ਨਾਲ ਕਹਿੰਦਾ ਕਿ ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਹੈ, ਅਸੀਂ ਮੱਥਾ ਟੇਕਨੇ ਆ, ਆਪਣੇ ਸਿੱਖ ਵੀ ਅਸੀਂ ਕਹਾਉਨੇ ਆ, ਜਨਮ ਦੇ ਸਮੇਂ ਤੇ, ਵਿਆਹ ਦੇ ਸਮੇਂ ਤੇ, ਮੌਤ ਦੇ ਵੇਲੇ ਅਸੀਂ ਸਮਾਗਮ ਵੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਕਰਨੇ ਆ, ਪਰ ਗੁਰੂ ਦੀ ਗੱਲ ਮੰਨਦੇ ਨਹੀਂ। ਸਿਆਣਿਆਂ ਦੀ ਵਿਚਾਰ ਹੈ ਕਿ ਗੁਰੂ ਤੇ ਆਪਾਂ ਮੰਨ ਰਹੇ ਗੁਰੂ ਗ੍ਰੰਥ ਸਾਹਿਬ ਨੂੰ, ਪਰ ਗੁਰੂ ਦੀ ਨਹੀਂ ਮੰਨ ਰਹੇ। ਰਾਈਟ। ਇਹਨਾਂ ਤੇ ਮੰਨ ਰਹੇ, ਮੱਥਾ ਵੀ ਟੇਕ ਲਿਆ, ਭੇਟਾ ਵੀ ਰੱਖ ਲਈ, ਪਰਿਕਰਮਾ ਵੀ ਕਰ ਲੀਆਂ, ਅਖੰਡ ਪਾਠ ਸਾਹਿਬ ਦੀਆਂ ਲੜੀਆਂ ਵੀ ਚਲਾ ਲੀਆਂ, ਪਰ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਨਹੀਂ ਮੰਨਿਆ। ਠੀਕ। ਤੇ ਜਦੋਂ ਤੱਕ ਵਿਚਾਰਧਾਰਾ ਨੂੰ ਨਹੀਂ ਮੰਨਦੇ, ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ। ਜੀ। ਆਹ ਚੀਜ਼ਾਂ ਜਿਹੜੀਆਂ ਨੇ ਸਾਨੂੰ, ਜਿੰਨੇ ਚਿਰ ਗੁਰੂ ਗ੍ਰੰਥ ਸਾਹਿਬ ਦੇ ਨਾਲ ਅਸੀਂ ਇੱਕ ਸੁਰ ਨਹੀਂ ਹੁੰਦੇ, ਸਾਡਾ ਇੱਕ ਪਲੇਟਫਾਰਮ ਨਹੀਂ ਜੀ, ਸਾਡਾ ਇੱਕ ਸਿਧਾਂਤ ਨਹੀਂ ਬਣਦਾ, ਉਦੋਂ ਤੱਕ ਅਸੀਂ ਪਰੇਸ਼ਾਨ ਤੇ ਦੁਖੀ ਹਾਂ। ਅਸੀਂ ਜਿੰਨਾ ਮਰਜ਼ੀ ਕਰ ਲਈਏ ਸਮਾਗਮ, ਬਹੁਤ ਜਿੰਨਾ ਪ੍ਰਚਾਰ ਸਿੱਖੀਜ਼ਮ ਦੇ ਵਿੱਚ ਸਾਡੇ ਗੁਰਦੁਆਰਿਆਂ 'ਚ ਹੁੰਦਾ ਹੈ, ਜਿੰਨਾ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਅਸੀਂ ਪ੍ਰਚਾਰ ਕਰ ਰਹੇ ਹਾਂ, ਕਥਾ ਕੀਰਤਨ, ਢਾਡੀ ਦਰਬਾਰ, ਕਵੀ ਦਰਬਾਰ, ਅਖੰਡ ਪਾਠ ਸਾਹਿਬ ਸਮਾਗਮ ਜਿੰਨੇ ਸਾਡੇ ਵਿੱਚ ਹੁੰਦੇ ਨੇ, ਮੈਂ ਤੇ ਕਈ ਵਾਰੀ ਆਪ ਸਟੇਜ ਤੋਂ ਬੇਨਤੀ ਕਰਿਆ ਕਰਨਾ ਕਿ ਇਸਲਾਮ ਦੇ ਵਿੱਚ, ਹਿੰਦੂਇਜ਼ਮ ਦੇ ਵਿੱਚ ਜਾਂ ਈਸਾਈਅਤ ਦੇ ਵਿੱਚ ਇੰਨੇ ਸਮਾਗਮ, ਇੰਨੇ ਨਗਰ ਕੀਰਤਨ, ਵੱਡੇ ਵੱਡੇ ਕੀਰਤਨ ਦਰਬਾਰ ਉਹ ਨਹੀਂ ਕਰੋ ਜਿੰਨੇ ਅਸੀਂ ਕਰਾਉਂਦੇ ਹਾਂ। ਕੋਈ ਸ਼ੱਕ ਨਹੀਂ, ਪਰ ਸਾਨੂੰ ਉਹਦਾ ਫਿਰ ਵੀ ਕੋਈ ਆਊਟਪੁੱਟ ਨਹੀਂ ਹੈ। ਜੀ ਬਿਲਕੁਲ, ਉਸ ਸਮੇਂ ਤੱਕ ਤਾਂ ਸੀਮਤ ਰਹਿ ਜਾਂਦਾ ਜੀ ਕਿ ਬਹੁਤ ਵਧੀਆ ਹੋ ਗਿਆ, ਬਸ ਉੱਥੋਂ ਤੱਕ ਹੀ ਰਹਿ ਜਾਂਦਾ, ਪਰ ਕੀ ਗ੍ਰਹਿਣ ਕਰ ਰਹੇ ਹਾਂ ਇਹ ਅਸੀਂ ਉਸ ਪਾਸੇ ਨੂੰ ਨਹੀਂ ਤੁਰ ਰਹੇ, ਨਹੀਂ ਤੁਰਦੇ ਜੀ। ਅੱਛਾ, ਹੁਣ ਗੱਲ ਆਉਂਦੀ ਹੈ ਜੀ ਕਿ ਹਰ ਇੱਕ ਧਰਮ ਦੇ ਵਿੱਚ ਇੱਕ ਰਸਤਾ ਦੱਸਿਆ ਗਿਆ, ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਵੀ ਇੱਕ ਜੀਵਨ ਜਾਂਚ ਹੈ ਸਾਨੂੰ ਇੱਕ ਜੀਵਨ ਜੀਣ ਦੀ, ਅਤੇ ਇਹ ਰਸਤਾ ਹੈ ਰੱਬ ਤੱਕ ਪਹੁੰਚਣ ਦਾ। ਤੇ ਇਹੀ ਕਿਹਾ ਜਾਂਦਾ ਜੀ ਕਿ ਗੁਰੂ ਗ੍ਰੰਥ ਸਾਹਿਬ ਨੂੰ, ਜਿਸ ਤਰ੍ਹਾਂ ਤੁਸੀਂ ਵੀ ਕਿਹਾ ਕਿ ਅਸੀਂ ਸਮਝ ਨਹੀਂ ਸਕੇ, ਗੁਰੂ ਤਾਂ ਮੰਨ ਰਹੇ ਹਾਂ ਪਰ ਗੁਰੂ ਦੀ ਨਹੀਂ ਮੰਨ ਰਹੇ ਹੈਗੇ। ਹੁਣ ਗੁਰੂ ਦੀ ਮੰਨਣ ਦੀ ਜਿੱਥੇ ਗੱਲ ਆਉਂਦੀ ਹੈ, ਕਿਉਂਕਿ ਮੰਨਣ ਵਾਸਤੇ ਕੁਝ ਪਹਿਲਾਂ ਪੜ੍ਹਨਾ ਪੈਂਦਾ ਹੈ। ਅੱਜ ਸ਼ਾਇਦ ਸਾਡੇ ਕੋਲ ਵੀ ਸਮਾਂ ਨਹੀਂ ਹੈਗਾ ਕਿ ਅਸੀਂ ਆਪ ਮਿਹਨਤ ਕਰੀਏ, ਇਸ ਕਰਕੇ ਅਸੀਂ ਅੱਜ ਬਾਹਰਲੇ ਪਾਸੇ ਵੇਖਨੇ, ਜਿਸ ਤੋਂ ਕਿ ਸਾਨੂੰ ਵਰਜਿਤ ਵੀ ਕੀਤਾ ਗਿਆ ਸੀ। ਗੁਰੂ ਨੇ ਤਾਂ ਸਾਨੂੰ ਆਪ ਇੱਕ ਐਂਬੈਸਡਰ ਬਣਾਇਆ ਸੀ ਕਿ ਅਸੀਂ ਆਪ ਉਹ ਪ੍ਰਚਾਰ ਆਪ ਕਰੀਏ ਤੇ ਆਪ ਸੁਣੀਏ ਤੇ ਆਪ ਸਮਝੀਏ। ਪਰ ਬਹਰਹਾਲ ਜੋ ਇੱਕ ਸਿਸਟਮ ਬਣ ਚੁੱਕਿਆ, ਉਸ ਦੇ ਵਿੱਚ ਹੁਣ ਰੱਬ ਦੀ ਪ੍ਰਾਪਤੀ ਦੀ ਜਦ ਗੱਲ ਕਰਨੀ ਹੈ ਭਾਈ ਸਾਹਿਬ, ਥੋੜ੍ਹਾ ਜਿਹਾ ਇਹਦੇ ਬਾਰੇ ਗੱਲ ਕਰੀਏ ਕਿ ਰੱਬ ਦੀ ਪ੍ਰਾਪਤੀ ਜੋ ਹੈਗੀ ਉਹ ਕੀ ਹੈ। ਜੀਵਨ ਜਾਂਚ ਸਾਨੂੰ ਪਤਾ ਇੱਕ ਮੈਨੂਅਲ, ਕੋਈ ਗੱਡੀ ਅਸੀਂ ਖਰੀਦਣ ਨਾਲ ਸਾਨੂੰ ਇੱਕ ਮੈਨੂਅਲ ਆ ਜਾਂਦਾ ਹੈ, ਉਹ ਪੜ੍ਹ ਕੇ ਅਸੀਂ ਚਲਾਉਂਦੇ ਹਾਂ, ਚੰਗੀ ਚੱਲਦੀ ਹੈਗੀ ਹੈ। ਇਸੇ ਤਰੀਕੇ ਨਾਲ ਇਸ ਜੀਵਨ ਨੂੰ ਚਲਾਉਣ ਵਾਸਤੇ ਹਰ ਇੱਕ ਧਰਮ ਗ੍ਰੰਥ ਮੁਬਾਰਕ ਹਰ ਕਿਸੇ ਨੂੰ, ਹਿੰਦੂਆਂ ਵਾਸਤੇ ਜੋ ਕੁਝ ਲਿਖਿਆ ਗਿਆ, ਇਸਲਾਮ ਵਿੱਚ ਜੋ ਲਿਖਿਆ ਗਿਆ ਮੁਬਾਰਕ ਉਹਨਾਂ ਨੂੰ, ਪਰ ਇੱਕ ਸਿੱਖ ਵਾਸਤੇ ਗੁਰੂ ਗ੍ਰੰਥ ਸਾਹਿਬ ਸਾਡਾ ਲਿਵਿੰਗ ਮੈਨੂਅਲ ਹੈਗਾ, ਉਹਨੂੰ ਅਸੀਂ ਪੜ੍ਹ ਕੇ ਚੱਲਣਾ ਹੈ, ਆਪਣਾ ਜੀਵਨ ਜਾਂਚ ਕਰਨੀ ਹੈ।
ਪਰ ਉਹਦੇ ਵਿੱਚ ਵੀ ਰੱਬ ਦੀ ਜਦੋਂ ਪ੍ਰਾਪਤੀ ਦੀ ਗੱਲ ਕਰਨੇ ਆ, ਰੱਬ ਦੀ ਪ੍ਰਾਪਤੀ ਦਾ ਕੀ ਮਤਲਬ ਹੋਇਆ? ਜੀਵਨ ਜਾਂਚ ਜਦੋਂ ਆ ਗਈ ਨਾ ਜੀ, ਉਦੋਂ ਰੱਬ ਦੀ ਪ੍ਰਾਪਤੀ ਹੈ। ਹੂੰ ਜਦੋਂ ਆਪਾਂ ਰੋਡ ਤੇ ਗੱਡੀ ਡਰਾਈਵ ਕਰਨੇ ਆ, ਜੀ, ਸਾਨੂੰ ਗੱਡੀ ਡਰਾਈਵ ਕਰਨੀ ਆ ਜਾਏ ਤੇ ਅਸੀਂ ਮੰਜ਼ਿਲ ਤੇ ਪਹੁੰਚ ਜਾਂਦੇ ਹਾਂ। ਠੀਕ। ਜੇ ਗੱਡੀ ਡਰਾਈਵ ਨਾ ਕਰਨੀ ਆਵੇ, ਸਾਨੂੰ ਰੋਡ ਤੇ ਚੱਲਣਾ ਨਾ ਆਵੇ, ਹੂੰ ਅਸੀਂ ਮੰਜ਼ਿਲ ਤੇ ਨਾ ਤੇ ਆਪ ਪਹੁੰਚਾਂਗੇ ਤੇ ਨਾ ਦੂਜੇ ਨੂੰ ਪਹੁੰਚਣ ਦੇਵਾਂਗੇ। ਹੂੰ ਐਜ਼ ਇਟ ਗੁਰੂ ਗ੍ਰੰਥ ਸਾਹਿਬ ਜੀਵਨ ਜਾਂਚ ਹੈ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਜੀਵਨ ਜਿਉਣਾ ਸਿੱਖ ਲੈਂਦੇ ਆ, ਜੀ, ਇਹੀ ਰੱਬ ਦੀ ਪ੍ਰਾਪਤੀ ਹੈ। ਹੋਰ ਰੱਬ ਦੀ ਪ੍ਰਾਪਤੀ ਕੋਈ ਇਹ ਨਹੀਂ ਕਿ ਬੰਦਾ ਕਹੇ 7ਵੇਂ ਅਸਮਾਨ ਤੇ ਰੱਬ ਮਿਲਣਾ ਹੈ, ਮਰਨ ਉਪਰੰਤ ਰੱਬ ਨੇ ਮਿਲਣਾ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਇੱਕ ਬਚਨ ਹੈ ਬਾਣੀ ਦੇ ਅੰਦਰ, ਸਤਿਗੁਰੂ ਜੀ ਨੇ ਇਸ ਢੰਗ ਨਾਲ ਬਚਨ ਬਖਸ਼ੇ ਨੇ ਕਿ ਜਿਵੇਂ ਗੁਰਮੁਖ ਸਖੀਆਂ ਸਹੇਲੀਆਂ ਨੇ ਜੀ, ਗੁਰੂ ਸਾਹਿਬ ਨੂੰ ਸਵਾਲ ਕੀਤਾ ਹੋਵੇ ਕਿ ਰੱਬ ਦੇ ਮਿਲਾਪ ਦੀ ਨਿਸ਼ਾਨੀ ਕੀ ਹੈ। ਬਿਲਕੁਲ। ਸੋ ਕਿਹੜੀ ਉਹ ਨਿਸ਼ਾਨੀ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਵਿੱਚ ਸਾਨੂੰ ਦੱਸੀ ਜਾਂਦੀ ਹੈ ਜੀ ਕਿ ਰੱਬ ਦੇ ਮਿਲਾਪ ਦੀ ਕਿਹੜੀਆਂ ਨਿਸ਼ਾਨੀਆਂ ਨੇ? ਇਸ ਬਾਰੇ ਗੱਲ ਕਰਨੀ ਹੈ ਜੀ ਛੋਟੀ ਜੀ ਬ੍ਰੇਕ ਤੋਂ ਬਾਅਦ ਜੀ। ਠੀਕ ਹੈ ਜੀ। ਹਰ ਇੱਕ ਵਿਅਕਤੀ ਚਾਹੁੰਦਾ ਹੈ ਕਿ ਜੀ ਰੱਬ ਦੀ ਪ੍ਰਾਪਤੀ ਹੋਵੇ। ਗੁਰੂ ਗ੍ਰੰਥ ਸਾਹਿਬ ਵਿੱਚ ਜਿਸ ਤਰ੍ਹਾਂ ਭਾਈ ਸਾਹਿਬ ਦੱਸ ਰਹੇ ਸੀ ਬ੍ਰੇਕ ਤੋਂ ਪਹਿਲਾਂ ਕਿ ਸਾਨੂੰ ਦੱਸਿਆ ਗਿਆ ਹੈ ਕਿ ਰੱਬ ਨੂੰ ਮਿਲਣ ਦੀ ਕਿਹੜੀਆਂ ਨਿਸ਼ਾਨੀਆਂ ਨੇ। ਆਓ ਹੋਰ ਜਾਣਕਾਰੀ ਲੈਣੇ ਜੀ ਭਾਈ ਸਾਹਿਬ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਪਾਵਨ ਬਚਨ ਆਉਂਦੇ ਨੇ, ਜਦੋਂ ਮਿਲ ਸਖੀਆਂ ਪੁੱਛੇ ਕਹੋ ਕੰਤ ਨਿਸ਼ਾਨੀ, ਵੀ ਰੱਬ ਦੇ ਮਿਲਾਪ ਦੀ ਨਿਸ਼ਾਨੀ ਕੀ ਹੈ ਜੀ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਵੀ ਇਹ ਤੇ ਬਿਆਨ ਕਰਨਾ ਔਖਾ ਹੈ ਕਿ ਰੱਬ ਦੇ ਮਿਲਾਪ ਦੀ ਨਿਸ਼ਾਨੀ ਕੀ ਹੈ। ਜੀਵਨ ਦੇ ਵਿੱਚ ਆਟੋਮੈਟਿਕ ਹੀ ਤਬਦੀਲੀ ਆ ਜਾਏਗੀ ਜਦੋਂ ਅਸੀਂ ਸਹੀ ਜੀਵਨ ਮਾਰਗ ਤੇ ਚੱਲਨੇ ਹਾਂ ਜੀ। ਪਾਤਸ਼ਾਹ ਨੇ ਕਿਰਪਾ ਕੀਤੀ, ਨਾਲ ਬਚਨੇ ਵੀ ਬਖਸ਼ਿਆ ਹੈ ਕਿ ਰਸ ਪ੍ਰੇਮ ਭਰੀ ਕਛ ਬੋਲ ਨਾ ਜਾਣੀ। ਕਹਿੰਦੇ ਮੇਰੇ ਕੋਲ ਉਹ ਸ਼ਬਦ ਨਹੀਂ ਹੈ ਵੀ ਮੈਂ ਇਹ ਦੱਸ ਸਕਾਂ ਕਿ ਰੱਬ ਦੇ ਮਿਲਾਪ ਦੀ ਨਿਸ਼ਾਨੀ ਕੀ ਹੈ। ਜਿਵੇਂ ਅੱਜ ਸਾਡੇ 'ਚ ਭਰਮ ਪਾਏ ਜਾਂਦੇ ਨੇ ਜੀ, ਵੀ ਰੱਬ ਮਿਲਦਾ ਹੈ ਤੇ ਇਹ ਬ੍ਰਹਮ ਗਿਆਨੀ ਬਣ ਗਿਆ, ਫਲਾਣਾ ਬਣ ਗਿਆ, ਉਹ ਹੋ ਗਿਆ, ਜੇ ਹੋ ਗਿਆ। ਇੱਕ ਆਮ ਸਧਾਰਨ ਬੰਦੇ ਦੇ ਜੀਵਨ ਵਿੱਚ ਜਦੋਂ ਸਚਾਈ ਆ ਜਾਏ ਜੀ, ਜੀਵਨ ਬਦਲ ਜਾਏ, ਉਹਦਾ ਦੇਖਣਾ ਬਦਲ ਜਾਏਗਾ, ਉਹਦਾ ਸੁਣਨਾ ਬਦਲ ਜਾਏਗਾ, ਉਹਦੇ ਜ਼ੁਬਾਨ ਦੇ ਸ਼ਬਦ ਬਦਲ ਜਾਣਗੇ, ਉਹਦੇ ਜੀਵਨ ਦੇ ਤੌਰ ਤਰੀਕੇ ਬਦਲ ਜਾਣਗੇ ਜੀ। ਜਦੋਂ ਇਹ ਜੀਵਨ ਦੇ ਤੌਰ ਤਰੀਕੇ ਬਦਲ ਗਏ, ਉਹ ਕਹਿੰਦੇ ਨੇ ਰੱਬ ਦਾ ਮਿਲਾਪ ਹੈ। ਐਸੇ ਬੰਦੇ ਨੂੰ ਆਪਾਂ ਕਈ ਵਾਰੀ ਸਮਾਜ 'ਚ ਕਹਿੰਦੇ ਤੇ ਮੇਰਾ ਰੱਬ ਦਾ ਰੂਪ ਹੈ ਜੀ, ਕਿ ਜੀਵਨ ਇਹਦਾ ਬਿਲਕੁਲ ਹੀ ਬਦਲ ਗਿਆ ਹੈ। ਪਹਿਲਾਂ ਤੇ ਬੰਦਾ ਚੋਰੀ ਬਹੁਤ ਕਰਦਾ ਸੀਗਾ, ਇਹ ਨਸ਼ੇ ਬਹੁਤ ਕਰਦਾ ਸੀਗਾ, ਮਾੜੀ ਸੰਗਤ ਬੜੀ ਸੀਗੀ। ਅਚਨਚੇਤ ਇਹਦੇ ਵਿੱਚ ਤਬਦੀਲੀ ਆ ਗਈ, ਹੁਣ ਸੇਵਾ ਤੇ ਸਿਮਰਨ ਕਰਨ ਲੱਗ ਪਿਆ। ਇਹ ਤੇ ਰੱਬ ਦਾ ਰੂਪ ਹੋ ਗਿਆ। ਕੇਵਲ ਆਪਣੀ ਜਿਹੜੀ ਸੁਰਤ ਹੈ, ਸੋਚ ਹੈ, ਉਹਦੀ ਡਾਇਰੈਕਸ਼ਨ ਚੇਂਜ ਹੋ ਗਈ। ਇੱਕ ਤੇ ਦੁਨੀਆ ਵੱਲ ਚੱਲ ਰਹੀ ਸੀਗੀ, ਉਧਰੋਂ ਬਦਲ ਕੇ ਜਦੋਂ ਨਿਰੰਕਾਰ ਵੱਲ ਆ ਗਈ, ਦੀਨ ਵੱਲ ਆ ਗਈ, ਤੇ ਜੀਵਨ ਬਦਲ ਗਿਆ ਜੀ। ਰੱਬ ਦੇ ਵਿੱਚ ਮਿਲਾਪ ਹੋ ਗਿਆ, ਪਰਮਾਤਮਾ ਵਿੱਚ ਜਾ ਕੇ ਸਾਂਝ ਬਣ ਗਈ। ਉਹਦਾ ਫਿਰ ਜੀਵਨ ਦਾ ਹਰ ਕੰਮ ਜਿਹੜਾ ਹੈ ਨਾ ਜੀ, ਉਹ ਬਦਲ ਜਾਏਗਾ ਜੀ। ਇੱਕ ਮੈਂ ਛੋਟੀ ਜੀ ਆਪ ਜੀ ਲਈ ਇੱਕ ਬੇਨਤੀ ਕਰਦੇ ਹਾਂ ਵੀ ਜਦੋਂ ਬੱਚੇ ਨੂੰ ਮੈਡੀਕਲ ਸਾਇੰਸ ਪੜ੍ਹਾਈ ਜਾਂਦੀ ਹੈ ਜੀ, ਮੈਡੀਕਲ ਸਾਇੰਸ ਪੜ੍ਹਾਉਣ ਤੋਂ ਪਹਿਲਾਂ, ਬੱਚੇ ਨੂੰ ਕਰਾਉਣ ਤੋਂ ਪਹਿਲਾਂ, ਡਾਕਟਰ ਦੀ ਡਿਗਰੀ ਦੇਣ ਤੋਂ ਪਹਿਲਾਂ ਉਹਨੂੰ ਪਹਿਲਾਂ ਥਿਊਰੀ ਪੜ੍ਹਾਈ ਜਾਂਦੀ ਸਾਰੀ। ਬਿਲਕੁਲ। ਥਿਊਰੀ ਪੜ੍ਹਾ ਕੇ ਫਿਰ ਉਹਦੇ ਕੋਲੋਂ ਪ੍ਰੈਕਟੀਕਲ ਕਰਵਾਇਆ ਜਾਂਦਾ ਹੈ। ਜਦੋਂ ਥਿਊਰੀ ਤੇ ਆਧਾਰਿਤ ਉਹ ਪ੍ਰੈਕਟੀਕਲ ਕਰਦਾ ਹੈ ਜੀ, ਉਹਨੂੰ ਫਿਰ ਸਰਕਾਰ ਡਿਗਰੀ ਦਿੰਦੀ ਪਈ ਡਾਕਟਰ ਬਣ ਗਿਆ। ਠੀਕ। ਉਹਨਾਂ ਚਿਰ ਡਾਕਟਰ ਨਹੀਂ ਜਿੰਨਾ ਚਿਰ ਉਹਨੂੰ ਥਿਊਰੀ ਤੇ ਆਧਾਰਿਤ ਪ੍ਰੈਕਟੀਕਲ ਨਾ ਆਏ। ਠੀਕ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਡੇ ਲਈ ਇੱਕ ਥਿਊਰੀ ਹੈ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਤੇ ਆਧਾਰਿਤ ਜੀਵਨ ਜਿਉਨੇ ਆ ਜੀ, ਪ੍ਰੈਕਟੀਕਲ ਜੀਵਨ ਸਾਡਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਨੁਸਾਰ ਹੈ, ਫਿਰ ਅਸੀਂ ਰੱਬ ਰੂਪ ਹੈ। ਠੀਕ ਹੈ। ਪਰਮਾਤਮਾ ਕਿਸੇ ਨੇ ਦੇਖਿਆ ਤੇ ਨਹੀਂ ਵੀ ਰੱਬ ਦਾ ਰੰਗ ਕਿਹੋ ਜਿਹਾ ਹੁੰਦਾ। ਸਾਡੇ ਤੁਹਾਡੇ ਵਿੱਚ ਹੀ ਰੱਬ ਵਰਤਦਾ ਹੈ ਜੀ। ਗੁਰੂ ਸਾਹਿਬ ਕਹਿੰਦੇ ਨੇ ਵੀ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ। ਭਗਤ ਨਾਮਦੇਵ ਜੀ ਕਹਿੰਦੇ ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੇ ਇੱਥੋਂ ਤੱਕ ਵੀ 16 ਸਾਹਿਬ ਬਾਣੀ ਦੇ ਵਿੱਚ ਖੁਲਾਸਾ ਕਰਦੇ ਨੇ, ਰੱਬ ਨੂੰ ਸੰਬੋਧਨ ਕਰਕੇ ਮੇਰੇ ਸਾਹਿਬ ਕਹਿੰਦੇ ਦਾਤਾ ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ, ਸਹਿਸ ਮੂਰਤ ਨਨ ਏਕ ਤੋਹੀ, ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧੀ ਵਿਚਲਤ ਮੋਹੀ, ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਰਨ ਸਭ ਮੈਂ ਚਰਨ। ਕਹਿੰਦੇ ਤੇਰੀਆਂ ਹਜ਼ਾਰਾਂ ਅੱਖਾਂ ਨੇ, ਤੇਰੀ ਇੱਕ ਵੀ ਅੱਖ ਨਹੀਂ। ਤੇਰੇ ਹਜ਼ਾਰਾਂ ਪੈਰ ਨੇ, ਤੇਰਾ ਇੱਕ ਵੀ ਪੈਰ ਨਹੀਂ। ਤੇਰੇ ਹਜ਼ਾਰਾਂ ਨੱਕ ਨੇ, ਤੇਰਾ ਇੱਕ ਵੀ ਨੱਕ ਨਹੀਂ। ਆ ਸਾਰੀਆਂ ਮੂਰਤਾਂ ਤੇਰੀਆਂ ਨੇ ਪਰਮਾਤਮਾ, ਪਰ ਤੇਰੀ ਆਪਣੀ ਇੱਕ ਵੀ ਮੂਰਤ ਨਹੀਂ ਹੈ, ਕਿਉਂਕਿ ਸਰਗੁਣ ਤੇ ਨਿਰਗੁਣ ਹੈ। ਠੀਕ। ਰੱਬ ਸੰਸਾਰ ਵਿੱਚ ਵਰਤ ਰਿਹਾ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਮਰਨ ਉਪਰੰਤ ਕਿਸੇ ਨੇ ਰੱਬ ਕਿਨੇ ਦੇਖਿਆ ਜੀ। ਇੱਥੇ ਹੀ ਪਰਮਾਤਮਾ ਸਾਡੇ ਵਿੱਚ ਵਰਤਦਾ ਹੈ। ਜਦੋਂ ਅਸੀਂ ਆਪਣੇ ਅੰਦਰ ਵਸਦੇ ਪਰਮੇਸ਼ਰ ਦੇ ਨਾਲ ਅੰਦਰ ਮੁੜ ਗਏ, ਸਾਂਝ ਬਣ ਗਈ, ਸਾਨੂੰ ਦੁਨੀਆ ਵਿੱਚੋਂ ਰੱਬ ਦਿਸਣ ਲੱਗ ਪਏ। ਸੰਸਾਰ ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ।
ਠੀਕ। ਤੋ ਇਹ ਪਰਮਾਤਮਾ ਨੂੰ ਮਿਲਣ ਦਾ ਤਰੀਕਾ ਗੁਰੂ ਸਾਹਿਬ ਨੇ ਦੱਸਿਆ ਕਿ ਉਹ ਇਹ ਨਹੀਂ ਵੀ ਆਪਾਂ ਹੁਣ ਜਾ ਕੇ ਬੈਠ ਜਾਈਏ ਭੋਰੇ ਵਿੱਚ ਬਹਿ ਕੇ ਜਾ ਕੇ ਜੀ ਰੱਬ ਨੂੰ ਪਾਉਣਾ ਹੈ, ਜਾਂ ਜਿਵੇਂ ਆਪਾਂ ਪਹਿਲਾਂ ਜ਼ਿਕਰ ਕੀਤਾ ਸੀ ਪਿਛਲੇ ਵਾਰੀ ਵੀ ਭਗਤ ਧੰਨਾ ਜੀ ਨੇ ਕੋਈ ਪੱਥਰ ਚੋਂ ਪਾ ਲਿਆ, ਕੋਈ ਪੁੱਠਾ ਲਟਕ ਰਿਆ, ਕੋਈ ਸਮਾਧੀਆਂ ਲੱਗ ਨਹੀਂ। ਗੁਰੂ ਸਾਹਿਬ ਕਹਿੰਦੇ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਰ, ਨਾ ਫਿਰ ਪਰੇਸ਼ਾਨੀ ਮਾਰ। ਠੀਕ। ਆ ਮੂਰਤ ਜਿਹੜੀ ਸਾਡੀ ਰੱਬ ਨੇ ਘੜੀ ਹੈ, ਮੈਂ ਤੇ ਇੱਥੋਂ ਤੱਕ ਬੇਨਤੀ ਕਰਿਆ ਕਰਨਾ ਵੀ ਆਪਾਂ ਆਪਣੀ ਬਣਤਰ ਨੂੰ ਦੇਖ ਲਈਏ, ਰੱਬ ਦਿਸ ਜਾਏਗਾ। ਬੰਦਾ ਕੀ ਕਰਦਾ, ਬੰਦਾ ਦੂਜੇ ਨੂੰ ਦੇਖ ਰਿਹਾ, ਆਪਣੇ ਆਪ ਨੂੰ ਦੇਖ ਨਹੀਂ ਰਿਹਾ। ਰਾਈਟ। ਕਿਉਂ ਬਾਣੀ ਕਹਿੰਦੀ ਹੈ ਵੀ ਆਪਨੜੇ ਗਿਰੀਵਾਨ ਮੈਂ ਸਿਰ ਨੀਵਾ ਕਰ ਦੇਖ। ਠੀਕ। ਬੰਦਾ ਝੁਕਣਾ ਨਹੀਂ ਚਾਹੁੰਦਾ ਕਿ ਮੈਂ ਨੀਵਾ ਹੋਵਾਂ, ਉਹ ਕਹਿੰਦਾ ਮੈਂ ਉਹ ਦੂਜੇ ਨੂੰ ਦੇਖਣਾ ਹੈ, ਦੂਜੇ ਵਿੱਚ ਔਗਣ ਲੱਭਣੇ ਨੇ, ਆਪਣੇ ਨਹੀਂ ਲੱਭਣੇ। ਰਾਈਟ। ਰੱਬ ਦੀ ਪ੍ਰਾਪਤੀ ਦੀ ਜਿੱਥੇ ਗੱਲ ਕੀਤੀ ਜੀ, ਨਾਮ ਦੀ ਬੜੀ ਮਹੱਤਤਾ ਹੈਗੀ ਹੈ ਤੇ ਉਸ ਦੇ ਨਾਲ ਭਗਤੀ ਦੀ ਬੜੀ ਅਸੀਂ ਮਹੱਤਤਾ ਦਿੰਦੇ ਹੈਗੇ, ਤੇ ਭਗਤੀ ਨੂੰ ਅਸੀਂ ਜੋੜਿਆ ਹੋਇਆ ਕਿ ਭਗਤੀ ਦਾ ਮਤਲਬ ਹੈ ਅੱਖਾਂ ਮੀਚ ਕੇ ਉਸ ਪਰਮਾਤਮਾ ਨੂੰ ਯਾਦ ਕਰਨਾ। ਸਿਮਰਨ ਦਾ ਵੀ ਜ਼ਿਕਰ ਹੁੰਦਾ ਹੈਗਾ। ਥੋੜ੍ਹਾ ਜਿਹਾ ਇੱਥੇ ਗੱਲਬਾਤ ਕਰ ਲਈਏ ਕਿ ਤੁਸੀਂ ਕਿਹਾ ਕਿ ਭੌਰੇ ਜਾਣ ਦੀ ਲੋੜ ਨਹੀਂ, ਪਰ ਅੱਜ ਤਾਂ ਇਹ ਵੀ ਪ੍ਰਚਾਰ ਕੀਤਾ ਜਾ ਰਿਹਾ ਕਿ ਜਦ ਤੱਕ ਤੁਸੀਂ ਇਹ ਭੌਰੇ 'ਚ ਨਹੀਂ ਜਾਂਦੇ, ਅੱਖਾਂ ਨਹੀਂ ਮੀਟਦੇ, ਉਹ ਪ੍ਰਕਾਸ਼ ਨਹੀਂ ਹੋਏਗਾ, ਦਸਮ ਦੁਆਰ ਨਹੀਂ ਖੁੱਲੇਗਾ, ਤੁਹਾਨੂੰ ਪਤਾ ਨਹੀਂ ਲੱਗੇਗਾ। ਅਤੇ ਉਸ ਦੇ ਨਾਲ ਹੀ ਇਸ ਸਵਾਲ ਦੇ ਨਾਲ ਹੀ ਮੇਰਾ ਇੱਕ ਹੋਰ ਸਵਾਲ ਕਿ ਕੀ ਸਿਰਫ ਸਿੱਖ ਹੀ ਜੋ ਹਨ ਅਤੇ ਖਾਸ ਤੌਰ 'ਤੇ ਜਿਸ ਨੇ ਅੰਮ੍ਰਿਤ ਛਕਿਆ ਉਹੀ ਰੱਬ ਦੀ ਪ੍ਰਾਪਤੀ ਕਰ ਸਕਦਾ ਹੈ, ਕੀ ਹੋਰ ਕੋਈ ਦੁਨੀਆ ਦੇ ਵਿੱਚ ਵਿਅਕਤੀ ਰੱਬ ਦੀ ਪ੍ਰਾਪਤੀ ਨਹੀਂ ਕਰ ਸਕਦਾ? ਰੱਬ ਦੀ ਪ੍ਰਾਪਤੀ ਹਰ ਇੱਕ ਨੂੰ ਹੋ ਸਕਦੀ ਹੈ ਜੀ। ਗੁਰੂ ਸਾਹਿਬ ਨੇ ਗੁਰਬਾਣੀ ਜਦੋਂ ਬਖਸ਼ੀ ਹੈ, ਇਹਦੇ ਵਿੱਚ ਕਿਸੇ ਖਾਸ ਮਜ਼ਹਬ ਜਾਂ ਖਾਸ ਕਿਸੇ ਜ਼ਾਤ, ਕੌਮ, ਕਬੀਲੇ ਜਾਂ ਕਿਸੇ ਖਾਸ ਕਿੱਤੇ ਦੇ ਬੰਦੇ ਦਾ ਨਾਂ ਲੈ ਕੇ ਕਿਧਰੇ ਨਹੀਂ ਗੁਰੂ ਸਾਹਿਬ ਨੇ ਕਿਹਾ ਵੀ ਇਹਨੂੰ ਰੱਬ ਮਿਲਦਾ ਹੈ ਜੀ। ਜੇ ਬੰਦਾ ਆ ਹੋਏਗਾ ਤਾਂ ਰੱਬ ਮਿਲੇਗਾ, ਨਹੀਂ ਤੇ ਗੁਰੂ ਸਾਹਿਬ ਇੱਕੋ ਕਹਿੰਦੇ ਨੇ ਵੀ ਜਿਨੀ ਨਾਮ ਤੇ ਆਇਆ ਗਏ ਮਸ਼ੱਕਤ ਕਾਲ, ਜਿਨੀ ਦੇ ਵਿੱਚ ਸਾਰਾ ਸੰਸਾਰ ਆ ਗਿਆ, ਹਰ ਮਨੁੱਖ ਆ ਜਾਂਦਾ ਹੈ ਜੀ, ਚਾਹੇ ਉਹ ਗਰੀਬ ਹੋਵੇ ਤੇ ਚਾਹੇ ਅਮੀਰ ਹੋਵੇ, ਚਾਹੇ ਉਹ ਪੜ੍ਹਿਆ ਹੋਵੇ ਚਾਹੇ ਅਨਪੜ੍ਹ ਹੋਵੇ, ਤੇ ਚਾਹੇ ਉਹ ਗੋਰਾ ਹੋਵੇ ਤੇ ਚਾਹੇ ਕਾਲਾ ਹੋਵੇ, ਵੀ ਕਿਸੇ ਵੀ ਭਾਸ਼ਾ ਦਾ, ਕਿਸੇ ਵੀ ਬੋਲੀ ਦਾ, ਕਿਤੇ ਦਾ, ਜਿੰਨੇ ਵੀ ਰੱਬ ਦੇ ਨਾਮ ਨੂੰ ਜਪ ਲਿਆ। ਹੁਣ ਇੱਥੇ ਸਾਡੇ ਲਈ ਸਵਾਲ ਇਹ ਹੈ ਕਿ ਨਾਮ ਕਿਵੇਂ ਜਪਿਆ ਜਾਏ ਜੀ। ਜੇ ਤੇ ਆਪਾਂ ਹੁਣ ਦੇਖੋ ਸਾਰੇ ਹੀ ਨਾਮ ਜਪਣ ਲੱਗ ਜਿਵੇਂ ਸਮਾਧੀਆਂ ਲਾ ਕੇ ਬੈਠੀਏ, ਫਿਰ ਦੁਨੀਆ ਦਾ ਕਾਰ ਵਿਹਾਰ ਤੇ ਚੱਲੇਗਾ ਨਹੀਂ ਜੀ। ਗੁਰੂ ਸਾਹਿਬ ਨੇ ਕਿਰਪਾ ਕੀਤੀ, ਸਭ ਤੋਂ ਪਹਿਲਾਂ ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ। ਜਿਹੜਾ ਤੇ ਬੰਦਾ ਆਪਣੀ ਮਿਹਨਤ ਦੀ ਕਮਾਈ ਕਰਦਾ ਹੈ ਜੀ, ਉਹ ਸ਼ਾਮ ਨੂੰ ਜਦੋਂ ਫੁਲਕਾ ਛਕਦਾ ਹੈ, ਪ੍ਰਸ਼ਾਦਾ ਛਕਦਾ ਹੈ, ਮੂੰਹ 'ਚ ਗਰਾਹੀ ਪਾਉਣ ਤੋਂ ਪਹਿਲਾਂ ਰੱਬ ਦਾ ਸ਼ੁਕਰਾਨਾ ਕਰੇਗਾ, ਦਾਤਾ ਸ਼ੁਕਰ ਹੈ ਤੇਰਾ ਵੀ ਤੂੰ ਮੈਨੂੰ ਰਿਜ਼ਕ ਦਿੱਤਾ ਹੈ। ਬੜੇ ਲੋਕ ਐਸੇ ਨੇ ਜਿਹੜੇ ਵਿਚਾਰੇ ਰਾਤਾਂ ਨੂੰ ਭੁੱਖੇ ਸੌਂ ਜਾਂਦੇ ਨੇ, ਤੂੰ ਮੇਰੇ ਤੇ ਕਿੰਨੀ ਕਿਰਪਾ ਕੀਤੀ ਵੀ ਮੇਰੀ ਮਿਹਨਤ ਨੂੰ ਫਲ ਲੱਗਿਆ। ਉਹਦੇ ਵਿੱਚ ਮਿਹਨਤ ਕਰਕੇ ਪ੍ਰਸ਼ਾਦਾ ਛਕਣ ਦਾ ਰਸ ਹੀ ਕੁਝ ਹੋਰ ਹੋਵੇਗਾ। ਬਿਲਕੁਲ। ਜਦੋਂ ਬੰਦਾ ਰੱਬ ਦਾ ਨਾਮ ਲੈਂਦਾ ਹੈ ਰੋਟੀ ਖਾ ਕੇ, ਤੇ ਫਿਰ ਮਨ 'ਚ ਖਿਆਲ ਆਉਂਦਾ ਹੈ ਵੀ ਮੈਂ ਤੇ ਰੱਜ ਲਿਆ ਆਪਣੀ ਮਿਹਨਤ ਵਿੱਚੋਂ, ਵੀ ਕੋਈ ਮੇਰੇ ਨੇੜੇ ਗਰੀਬ ਭੁੱਖਾ ਤੇ ਨਹੀਂ ਸੁੱਤਾ ਹੋਇਆ। ਫਿਰ ਬੰਦਾ ਉਹਦੇ ਵਿੱਚੋਂ ਆਪਣੇ 'ਚ ਵੰਡ ਕੇ ਖਾਏਗਾ ਜਾ ਕੇ, ਵੀ ਮੈਂ ਵੰਡ ਕੇ ਛਕਣਾ, ਮੇਰੇ ਗੁਰੂ ਨਾਨਕ ਦਾ ਸਿਧਾਂਤ ਹੈ। ਸਾਡੇ ਸਿੱਖੀਜ਼ਮ ਦੇ ਵਿੱਚ ਜਿਨ੍ਹਾਂ ਨਾਮ ਜਪਿਆ ਸੀ, ਕਿਰਤ ਕੀਤੀ ਸੀ, ਉਹਨਾਂ ਨੇ ਆਪਣੇ ਤੱਕ ਚੀਜ਼ ਸੀਮਤ ਨਹੀਂ ਰੱਖੀ। ਨਗਾਰਾ ਜਿਹੜਾ ਸਾਡੇ ਵਿੱਚ ਆਇਆ ਸੀ, ਉਹਦਾ ਕਾਰਨ ਇਹੀ ਸੀਗਾ ਗੁਰਦੁਆਰੇ ਦੇ ਵਿੱਚ ਜੀ, ਵੀ ਜਦੋਂ ਲੰਗਰ ਸ਼ੁਰੂ ਹੋਣਾ ਹੈ ਉਸ ਵੇਲੇ ਨਗਾਰਾ ਵਜਾਇਆ ਜਾਏ, ਠੀਕ, ਸਭ ਨੂੰ ਆਮੰਤਰਣ ਦਿੱਤਾ ਜਾਏ। ਉਹਦੇ ਵਿੱਚ ਕੋਈ ਦੁਸ਼ਮਣ ਵੀ ਆ ਜਾਏ ਤੇ ਉਹਨੂੰ ਵੀ ਬੜੇ ਸਤਿਕਾਰ ਨਾਲ ਲੰਗਰ ਛਕਾਇਆ ਜਾਂਦਾ ਸੀਗਾ। ਮੈਂ ਤੇ ਇਤਿਹਾਸ ਵਿੱਚ ਇੱਥੋਂ ਤੱਕ ਵੀ ਪੜ੍ਹਿਆ ਜੀ ਵੀ ਸਿੱਖ ਜੰਗਲਾਂ ਵਿੱਚ ਵੀ ਰਹਿੰਦੇ ਸਨ, ਕਦੇ ਉਹਨਾਂ ਨੇ ਲੰਗਰ ਤਿਆਰ ਕਰਨਾ, ਇਹ ਨਹੀਂ ਸੀ ਕਹਿੰਦੇ ਵੀ ਆਪਾਂ ਚੁੱਪ ਕਰਕੇ ਛਕ ਲਈ, ਕੋਈ ਦੇਖ ਨਾ ਲਵੇ। ਉਹ ਕਹਿੰਦੇ ਨਹੀਂ, ਇਹ ਲੰਗਰ ਗੁਰੂ ਕਾ ਤਿਆਰ ਹੋਇਆ ਹੈ, ਠੀਕ, ਆਪਣਾ ਨਹੀਂ ਸੀ ਕਹਿੰਦੇ ਵੀ ਸਾਡਾ ਤਿਆਰ ਹੋਇਆ, ਕਹਿੰਦੇ ਲੰਗਰ ਗੁਰੂ ਕਾ ਤਿਆਰ ਹੋਇਆ ਹੈ। ਤੇ ਉਸ ਵੇਲੇ ਨਗਾਰੇ ਤੇ ਚੋਟ ਮਾਰ ਕੇ ਤੇ ਇੱਕ ਆਵਾਜ਼ ਦਿੰਦੇ ਸੀ, ਦੇਤ ਆਵਾਜ਼ਾ ਭੁੱਖਾ ਕੋਈ, ਆਵੋ ਦੇਗ ਤਿਆਰ ਗੁਰ ਹੋਈ। ਤੇ ਕਹਿੰਦੇ ਜਦੋਂ ਕੋਈ ਉਸ ਵੇਲੇ ਦੁਸ਼ਮਣ ਵੀ ਆ ਕੇ ਬਹਿੰਦਾ ਸੀ ਲੰਗਰ ਵਿੱਚ, ਵੀ ਸਿੱਖਾਂ ਦਾ ਲੰਗਰ ਚੱਲ ਰਿਹਾ ਛਕ ਲਈਏ, ਤੇ ਸਿੱਖ ਉਹਨੂੰ ਵੀ ਬੜੇ ਪਿਆਰ ਨਾਲ ਛਕਾਉਂਦੇ ਸੀ, ਕਹਿੰਦੇ ਵੀ ਭੁੱਖਾ ਨਾ ਜਾਏ। ਜੇ ਤੇ ਪਿੱਛੇ ਬਚ ਗਿਆ ਤੇ ਛਕ ਲਿਆ, ਜੇ ਨਹੀਂ ਬਚਿਆ ਤੇ ਕਹਿੰਦੇ ਸੀ ਲੰਗਰ ਮਸਤ ਹੋ ਗਿਆ। ਇਹ ਨਹੀਂ ਸੀ ਕਹਿੰਦੇ ਲੰਗਰ ਮੁੱਕ ਗਿਆ, ਕਹਿੰਦੇ ਲੰਗਰ ਮਸਤ ਹੋ ਗਿਆ। ਆਪ ਫਾਕਾ ਵੀ ਕੱਟ ਲੈਣਾ ਹੈ, ਪਰ ਲੰਗਰ ਪੰਗਤ 'ਚ ਬੈਠੇ ਨੂੰ ਨਿਰਾਸ਼ ਨਹੀਂ ਜਾਣ ਦੇਣਾ। ਠੀਕ। ਇਹ ਜਿਨ੍ਹਾਂ ਨੇ ਨਾਮ ਜਪਿਆ, ਕਿਰਤ ਕੀਤੀ ਤੇ ਕੌਮ ਨੂੰ ਜੀਵਨ ਜਿਹਨਾਂ ਸਮਰਪਿਤ ਕੀਤਾ ਹੈ। ਹੁਣ ਨਾਮ ਜਪਣਾ ਕੀ ਹੈ? ਅੱਜ ਅਸੀਂ ਕੇਵਲ ਜਿਵੇਂ ਆਪ ਜੀ ਨੇ ਜ਼ਿਕਰ ਕੀਤਾ ਵੀ ਅੱਖਾਂ ਬੰਦ ਕਰਕੇ ਸਮਾਧੀ ਲਾ ਕੇ ਬੈਠੋ ਤੇ ਇਹ ਕਹਿੰਦੇ ਨੇ ਭਗਤੀ ਕਰਨੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਿਹੜੇ ਬਚਨ ਨੇ, ਆਪਾਂ ਇਹਦੇ ਅਰਥ ਕੀ ਕਰਾਂਗੇ ਵੀ ਕਹਾਂ ਭਇਓ ਜੋ ਦੋ ਲੋਚਨ ਮੂੰਦ ਕੇ ਬੈਠ ਰਹੇ ਹੋ ਬਕ ਧਿਆਨ ਲਗਾਇਓ।
ਗੁਰਮਤ ਜਿਨ੍ਹਾਂ ਚੀਜ਼ਾਂ ਤੋਂ ਸਾਨੂੰ ਵਰਜਦੀ ਹੈ ਜੀ ਅਸੀਂ ਉਹਨਾਂ ਚੀਜ਼ਾਂ ਵਿੱਚ ਜਾ ਕੇ ਫਸ ਗਏ। ਪਤਾ ਨਹੀਂ ਜਾਣ ਤੇ ਅਸੀਂ ਆਪਣੇ ਆਪ ਨੂੰ ਗੁਰੂ ਤੋਂ ਜ਼ਿਆਦਾ ਸਿਆਣਾ ਸਮਝ ਲਿਆ ਵੀ ਗੁਰੂ ਸਾਹਿਬ ਕੀ ਸੀ, ਉਹ ਕਿ ਸਕੂਲੇ ਨਹੀਂ ਗਏ, ਪੜ੍ਹੇ ਲਿਖੇ ਨਹੀਂ ਸੀਗੇ, ਉਹਨਾਂ ਬਾਣੀ ਉਚਾਰੇ। ਅਸੀਂ ਹੁਣ ਪੜ੍ਹੇ ਲਿਖੇ, ਡਿਗਰੀਆਂ ਸਾਡੇ ਕੋਲ ਨੇ, ਸਾਡੇ ਕੋਲ ਗਿਆਨ, ਦੁਨੀਆ, ਸਾਇੰਸ ਹੀ ਤਰੱਕੀ ਕਰ ਗਈ ਜੀ। ਜੇ ਅਸੀਂ ਗੁਰੂ ਕੀ ਸਿੱਖ ਹਾਂ ਤੇ ਇਹਨਾਂ ਪੰਕਤੀਆਂ ਦੇ ਆਪਾਂ ਜੇ ਆਪ ਖੁਦ ਕਿਸੇ ਨੂੰ ਸਮਝਾਉਣ ਦੀ ਬਜਾਏ ਮੈਂ ਇਹ ਸਮਝਾਂ ਵੀ ਬਾਣੀ ਮੈਨੂੰ ਕਹਿ ਰਹੀ ਹੈ ਵੀ ਭਾਈ ਤੂੰ ਅੱਖਾਂ ਬੰਦ ਕਰਕੇ ਕਿਉਂ ਬੈਠਾ, ਬਗਲੇ ਸਮਾਧੀ ਲਾ ਕੇ ਕਿਉਂ ਬੈਠਾ ਹੋਇਆ, ਉੱਠ ਰੱਬ ਨਾਲ ਪਿਆਰ ਕਰ, ਦੁਨੀਆ ਨਾਲ ਪਿਆਰ ਕਰ, ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਬੈਸਣ ਪਾਈਏ। ਮਨ ਵਿੱਚ ਰੱਬ ਦਾ ਭੈ ਰੱਖੋ ਤੇ ਤਨ ਦੇ ਨਾਲ ਕਿਰਤ ਵਿਰਤ ਕਰਕੇ ਹੱਥੋਂ ਦੇ ਕੇ ਭਲਾ ਮਨਾਓ, ਸਰਬੱਤ ਦਾ ਭਲਾ ਲੋਚੋ। ਇਹ ਹੋਵੇਗਾ ਨਾਮ ਜਪਣਾ। ਤੇ ਜੇ ਮੈਂ ਅੱਖਾਂ ਬੰਦ ਕਰਕੇ ਨਾਮ ਜਪਦਾ ਰਾਂ, ਕਿਰਤ ਮੈਂ ਕਰਾਂ ਕੋਈ ਨਾ, ਮਿਹਨਤ ਕਰਾਂ ਕੋਈ ਨਾ, ਕਹੇ ਜੀ ਮੈਨੂੰ ਆਪੇ ਸਭ ਕੁਝ ਮਿਲ ਜਾਏਗਾ। ਗੁਰੂ ਸਾਹਿਬ ਕਹਿੰਦੇ ਤੈਨੂੰ ਮੈਂ ਤਨ ਕਾਹਦੇ ਲਈ ਦਿੱਤਾ ਹੋਇਆ। ਭਗਤ ਨਾਮਦੇਵ ਜੀ, ਉਹਨਾਂ ਦਾ ਕਿੱਤਾ ਸੀਗਾ ਕੱਪੜੇ ਰੰਗਣ ਦਾ, ਜਾਂ ਕੱਪੜਿਆਂ ਨੂੰ ਰੰਗ ਦੇਣਾ, ਛਾਪੇ ਠੱਪੇ ਲਾਉਣੇ, ਜੇ ਪਹਿਲਾਂ ਕੰਮ ਚੱਲਦੇ ਹੁੰਦੇ ਸੀਗੇ ਜੀ। ਬੰਦਗੀ ਵੀ ਕਰਨੀ, ਨਾਮ ਵੀ ਜਪਣਾ ਭਗਤ ਨਾਮਦੇਵ ਜੀ ਨੇ। ਇੱਕ ਹੀ ਇਲਾਕੇ ਦੇ ਦੋਨੋਂ ਭਗਤ ਨੇ, ਇੱਕ ਭਗਤ ਤਰਲੋਚਨ ਜੀ, ਇੱਕ ਨਾਮਦੇਵ ਜੀ, ਮਹਾਰਾਸ਼ਟਰ ਦੇ ਰਹਿਣ ਵਾਲੇ ਨੇ, ਇੰਡੀਆ ਦੇ ਜੀ, ਜਿੱਥੇ ਅੱਜ ਕੱਲ੍ਹ ਸੱਚਖੰਡ ਹਜੂਰ ਸਾਹਿਬ ਅਬਚਲ ਨਗਰ ਹੈ ਜੀ। ਭਗਤ ਤਰਲੋਚਨ ਜੀ ਬ੍ਰਾਹਮਣ ਹੈ ਤੇ ਭਗਤ ਨਾਮਦੇਵ ਜੀ ਸ਼ੀਂਬੇ ਸਨ। ਠੀਕ। ਤਰਲੋਚਨ ਜੀ ਦੀ ਨਜ਼ਰ ਦੇ ਵਿੱਚ ਭਗਤ ਨਾਮਦੇਵ ਸ਼ੂਦਰ ਹੈ। ਠੀਕ। ਪਰ ਨਾਮਦੇਵ ਜੀ ਦਾ ਆਲੇ ਦੁਆਲੇ ਨਾਮਣਾ ਬਹੁਤ ਹੋ ਗਿਆ ਕਿ ਨਾਮਦੇਵ ਇੱਥੇ ਭਗਤ ਰਹਿੰਦਾ ਹੈ, ਕੋਈ ਬੜੀ ਭਗਤੀ ਕਰਦਾ ਹੈ ਜੀ। ਤਰਲੋਚਨ ਜੀ ਨੇ ਸੋਚਿਆ ਵੀ ਮੈਂ ਬ੍ਰਾਹਮਣ, ਧਰਮ ਗ੍ਰੰਥ ਮੈਂ ਪੜ੍ਹਾਂ, ਮੰਦਰ ਦਾ ਪੁਜਾਰੀ ਮੈਂ, ਲੋਕਾਂ ਨੂੰ ਮੈਂ ਦਾਨ ਦੇਣ ਦੀ ਗੱਲ ਦੱਸਾਂ, ਦਾਨ ਲੈਣ ਦੀ ਗੱਲ ਮੈਂ ਕਰਾਂ, ਵੇਦ ਪੜ੍ਹਨੇ ਪੜਾਉਣੇ, ਪੂਜਾ ਕਰਨੀ ਕਰਾਉਣੀ ਇਤਿਆਦਿ ਕੇ ਮੇਰੇ ਕਰਮ ਨੇ, ਤੇ ਨਾਮਦੇਵ ਕਿਵੇਂ ਭਗਤ ਬਣ ਗਿਆ। ਰਾਈਟ। ਸੋ ਭਗਤ ਨਾਮਦੇਵ ਤੇ ਭਗਤ ਤਰਲੋਚਨ ਵਿਚਕਾਰ ਜਿਹੜੀ ਵਾਰਤਾਲਾਪ ਹੁੰਦੇ ਆ ਜੀ, ਇਸ ਨੂੰ ਅਸੀਂ ਅਗਲੇ ਹਫਤੇ ਆਪਣੇ ਐਪੀਸੋਡ ਵਿੱਚ ਡਿਸਕਸ ਕਰਾਂਗੇ, ਕਿਉਂਕਿ ਭਗਤੀ ਦਾ ਵੀ ਜਿਹੜਾ, ਜਿਸ ਤਰ੍ਹਾਂ ਅਸੀਂ ਜ਼ਿਕਰ ਕੀਤਾ ਕਿ ਭਗਤੀ ਦਾ ਕਨਸੈਪਟ, ਸੁਰਤ ਜੋੜਨੀ, ਭਗਤੀ, ਨਾਮ ਜਪਣਾ, ਇਹ ਕੀ ਕਨਸੈਪਟ ਸੀ ਤੇ ਅੱਜ ਕਿਸ ਪਾਸੇ ਅਸੀਂ ਤੁਰ ਪਏ, ਉਸ ਦੇ ਉੱਤੇ ਤੁਸੀਂ ਜਿਹੜਾ ਚਾਨਣ ਪਾਇਆ। ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਇਸ ਦੇ ਨਾਲ ਹੀ ਕਰਦੇ ਹਾਂ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਸਮਾਪਤੀ। ਅਗਲੇ ਹਫਤੇ ਜੋ ਭਗਤ ਤਰਲੋਚਨ ਤੇ ਭਗਤ ਨਾਮਦੇਵ ਜੀ ਵਿਚਕਾਰ ਜਿਹੜੀ ਵਾਰਤਾਲਾਪ ਹੁੰਦੀ ਹੈ, ਬਹੁਤ ਵਾਰ ਅਸੀਂ ਸੁਣੀਏ, ਉਸ ਦੇ ਵਿੱਚ ਸਾਨੂੰ ਇੰਡੀਕੇਸ਼ਨ ਮਿਲ ਜਾਂਦੀ ਹੈ ਕਿ ਉਹ ਵਾਰਤਾਲਾਪ ਵਿੱਚੋਂ ਅਸੀਂ ਸਿੱਖਣਾ ਹੈ। ਇਸ ਬਾਰੇ ਕਰਾਂਗੇ ਅਗਲੇ ਹਫਤੇ। ਫੀਡਬੈਕ ਜ਼ਰੂਰ ਦੇਣਾ ਤੇ ਜੇਕਰ ਤੁਹਾਡੇ ਕੋਲ ਵੀ ਕੋਈ ਸਵਾਲ ਹੋਏ ਤਾਂ ਸਾਡੇ ਤੱਕ ਜ਼ਰੂਰ ਪਹੁੰਚਾਉਣਾ, ਤਾਂ ਕਿ ਅਸੀਂ ਭਾਈ ਸਾਹਿਬ ਨੂੰ ਪੁੱਛ ਕੇ ਉਸ ਦਾ ਜਵਾਬ ਵਾਪਸ ਦੇ ਸਕੀਏ। 604 603 7555 ਜਾਂ ਫਿਰ ਈਮੇਲ ਰਾਹੀਂ ਸੰਪਰਕ ਕਰ ਸਕਦੇ ਹੋ harpreetsingh@gmail.com। ਤੇ ਜੇਕਰ ਤੁਸੀਂ ਪਿਛਲਾ ਐਪੀਸੋਡ ਨਹੀਂ ਦੇਖਿਆ ਸੀ ਤਾਂ youtube.com/harpreetsingh ਤੇ ਜਾ ਕੇ ਦੁਬਾਰਾ ਦੇਖ ਸਕਦੇ ਹੋ, ਤਾਂ ਕਿ ਇਹ ਕੜੀ ਦੇ ਵਿੱਚ ਦੁਬਾਰਾ ਤੁਸੀਂ ਜੁੜ ਸਕੋ। ਲੈਣਾ ਆ ਗਿਆ, ਫਿਰ ਮੁਲਾਕਾਤ ਕਰਾਂਗੇ। ਤਦ ਤੱਕ ਗੁੱਡ ਬਾਏ।